ਗੁੱਡ ਮਾਰਨਿੰਗ। ਅੱਜ ਆਪਾਂ ਵਰਕ ਮੈਨੇਜਮੈਂਟ ਦੇ ਬਾਰੇ ਵਿੱਚ ਗੱਲ ਕਰਨ ਜਾ ਰਹੇ ਹਾਂ। ਆਪਣੇ ਅੱਜ ਦੇ ਟੌਪਿਕਸ ਹਨ ਵਰਕ ਮੈਨੇਜਮੈਂਟ ਕੀ ਹੁੰਦਾ ਹੈ, ਅੱਜ ਦਾ ਵਰਕਿੰਗ ਸਿਨੈਰੀਓ, ਵੌਇਸ ਪ੍ਰੋਸੈਸ ਦੀਆਂ ਕਿਸਮਾਂ, ਸਟੈਂਡਰਡ ਆਰਗੇਨਾਈਜੇਸ਼ਨਲ ਪੋਲਿਸੀਜ਼, ਸਟੈਂਡਰਡ ਆਰਗੇਨਾਈਜੇਸ਼ਨਲ ਪ੍ਰੋਸੀਜਰਸ। ਸਭ ਤੋਂ ਪਹਿਲਾਂ ਆਪਾਂ ਵਰਕ ਮੈਨੇਜਮੈਂਟ ਦੇ ਬਾਰੇ ਵਿੱਚ ਗੱਲ ਕਰਦੇ ਹਾਂ। ਵਰਕ ਮੈਨੇਜਮੈਂਟ ਕੀ ਹੁੰਦਾ ਹੈ? ਕੋਈ ਵੀ ਪ੍ਰੋਸੈਸ, ਰਿਸੋਰਸਿਸ, ਟਾਈਮ, ਕਲਾਇੰਟ ਰਿਲੇਸ਼ਨਸ਼ਿਪ, ਪ੍ਰੋਜੈਕਟ ਆਦਿ ਨੂੰ ਕੰਟਰੋਲ ਕਰਨਾ ਵਰਕ ਮੈਨੇਜਮੈਂਟ ਕਹਾਉਂਦਾ ਹੈ। ਵਰਕ ਕੀ ਹੈ? ਕੋਈ ਵੀ ਐਕਟੀਵਿਟੀ ਜਿਸ ਦੇ ਵਿੱਚ ਮੈਂਟਲੀ ਜਾਂ ਫਿਜ਼ੀਕਲੀ ਐਫਰਟਸ ਕੀਤੀਆਂ ਜਾਣ ਕਿਸੇ ਵੀ ਨਤੀਜੇ ਤੱਕ ਪਹੁੰਚਣ ਲਈ, ਉਸ ਨੂੰ ਆਪਾਂ ਵਰਕ ਕਹਿੰਦੇ ਹਾਂ। ਮੈਨੇਜਮੈਂਟ ਕੀ ਹੈ? ਮੈਨੇਜਮੈਂਟ ਤੋਂ ਭਾਵ ਹੈ ਕਿਸੇ ਇੱਕ ਪਰਸਨ ਨੂੰ ਜਾਂ ਗਰੁੱਪ ਨੂੰ ਜਾਂ ਆਰਗੇਨਾਈਜੇਸ਼ਨਾਂ ਨੂੰ ਪੂਰੀ ਨੂੰ ਕਿਸੇ ਗੋਲ ਤੱਕ ਪਹੁੰਚਣ ਲਈ ਡਾਇਰੈਕਟ ਕਰਨਾ, ਕੰਟਰੋਲ ਕਰਨਾ ਕਿ ਕਿਸ ਨੇ ਕਿਹੜਾ ਕੰਮ ਕਰਨਾ ਹੈ, ਕਦੋਂ ਕਰਨਾ ਹੈ, ਕਦੋਂ ਅਚੀਵ ਕਰਨਾ ਹੈ। ਇਹ ਸਭ ਕੁਝ ਦੇਖਣ ਨੂੰ ਮੈਨੇਜਮੈਂਟ ਕਿਹਾ ਜਾਂਦਾ ਹੈ। ਵਰਕ ਮੈਨੇਜਮੈਂਟ ਕੀ ਹੈ? ਅਪਲਾਈਜ਼ ਟੂ ਮੈਨੇਜਿੰਗ ਇੰਡੀਵਿਜੂਅਲ ਐਂਡ ਟੀਮ ਵਰਕਫਲੋਜ਼। ਵਰਕ ਮੈਨੇਜਮੈਂਟ ਦਾ ਕੰਮ ਕੀ ਹੈ? ਕਿਸੇ ਇੰਡੀਵਿਜੂਅਲ ਜਾਂ ਟੀਮ ਦੇ ਵਰਕਫਲੋ ਨੂੰ ਦੇਖਣਾ, ਉਹਨਾਂ ਦੇ ਵਰਕਲੋਡ ਨੂੰ ਦੇਖਣਾ ਕਿ ਕੰਪਨੀ ਦਾ ਪ੍ਰੋਜੈਕਟ ਜਾਂ ਆਰਗੇਨਾਈਜੇਸ਼ਨ ਰਿਲੇਟਡ ਆਪਰੇਸ਼ਨਸ ਵਿਦਿਨ ਦਾ ਸਕੋਪ, ਵਿਦਿਨ ਦਾ ਟਾਈਮ ਆਪਾਂ ਅਚੀਵ ਕਰ ਸਕੀਏ। ਵਰਕ ਮੈਨੇਜਮੈਂਟ ਆਪਣੀ ਆਰਗੇਨਾਈਜੇਸ਼ਨ ਨੂੰ ਕਿੱਦਾਂ ਹੈਲਪਫੁਲ ਹੈ? ਇਸ ਦੇ ਨਾਲ ਜੋ ਵਰਕ ਹੈ ਉਹ ਪ੍ਰੋਪਰਲੀ ਸ਼ੈਡਿਊਲ ਹੁੰਦਾ ਹੈ। ਕਲਾਇੰਟਸ ਦੀ ਨੀਡਸ ਟਾਈਮ ਨਾਲ ਮਿਲਦੀਆਂ ਹਨ। ਰਿਸੋਰਸਿਸ ਐਂਡ ਐਸੈਟਸ ਪ੍ਰੋਪਰਲੀ ਯੂਟੀਲਾਈਜ਼ ਹੁੰਦੇ ਹਨ ਐਂਡ ਪਰਫਾਰਮੈਂਸ ਵੀ ਇਵੈਲੂਏਟ ਕੀਤੀ ਜਾ ਸਕਦੀ ਹੈ ਕਿ ਕਿੰਨਾ ਰਿਜ਼ਲਟ ਆਪਾਂ ਅਚੀਵ ਕਰ ਲਿਆ, ਕੀ ਆਪਣੀ ਲੈਕਸ ਰਹੇ ਨੇ। ਵਰਕ ਮੈਨੇਜਮੈਂਟ ਦੇ ਰਿਜ਼ਲਟ ਨਾਲ ਆਪਣਾ ਬਿਜ਼ਨਸ ਇੰਪਰੂਵ ਹੁੰਦਾ ਹੈ, ਪਰਫਾਰਮੈਂਸ ਹਾਈ ਹੁੰਦੀ ਹੈ, ਰਿਜ਼ਲਟਸ ਅੱਛੇ ਆਉਂਦੇ ਹਨ ਤੇ ਕੁਸ਼ਲਤਾ ਨਾਲ ਸਾਰਾ ਕੰਮ ਹੁੰਦਾ ਹੈ, ਐਫੀਸ਼ੀਐਂਸੀ ਨਾਲ। ਹੁਣ ਅੱਜ ਦਾ ਵਰਕਿੰਗ ਸਿਨੈਰੀਓ ਕੀ ਹੈ ਕਿਸੇ ਵੀ ਕੰਪਨੀ ਦਾ? ਅੱਜ ਦੇ ਸਿਨੈਰੀਓ ਵਿੱਚ 24/7 ਵਰਕਿੰਗ ਆਵਰਸ ਹਨ। ਇਸ ਦਾ ਮਤਲਬ ਹੈ ਕਿ 24 ਘੰਟੇ 7 ਦਿਨ ਲਗਾਤਾਰ ਨਾਨ ਸਟਾਪ ਕੰਮ ਚੱਲਦਾ ਰਹਿੰਦਾ ਹੈ। 24/7 ਦੀ ਪੋਲਿਸੀ ਇੰਡੀਆ ਦੇ ਲਈ ਨਵੀਂ ਨਹੀਂ ਹੈ ਜਾਂ BPO ਇੰਡਸਟਰੀ ਦੇ ਲਈ ਨਵੀਂ ਨਹੀਂ ਹੈ। ਇਸ ਦੇ ਨਾਲ ਫੈਕਟਰੀਜ਼, ਹੌਸਪੀਟਲਸ, ਹੋਟਲਸ, ਏਅਰਲਾਈਨਸ, ਮੀਡੀਆ, ਟਰਾਂਸਪੋਰਟੇਸ਼ਨ, IT ਇੰਡਸਟਰੀ, ਇਹ ਸਭ ਵੀ 24/7 ਦੀ ਪੋਲਿਸੀ ਨੂੰ ਫੋਲੋ ਕਰਦੇ ਹਨ। ਭਾਵ ਕੰਮ ਨੂੰ ਅਲੱਗ-ਅਲੱਗ ਲੋਕ ਅਲੱਗ-ਅਲੱਗ ਸ਼ਿਫਟਾਂ ਵਿੱਚ ਕੰਟੀਨਿਊਸਲੀ ਕਰਦੇ ਰਹਿੰਦੇ ਹਨ। ਤੁਹਾਡੇ ਵਰਕਿੰਗ ਆਵਰਸ ਤੁਹਾਡੀ ਲੋਕੇਸ਼ਨ ਜਾਂ ਤੁਹਾਡੇ ਬਿਜ਼ਨਸ ਦੇ ਅਕੋਰਡਿੰਗ ਚੇਂਜ ਹੋ ਸਕਦੇ ਹਨ। ਉਦਾਹਰਨ ਲਈ, ਜੇਕਰ ਤੁਸੀਂ ਨਿਊਯਾਰਕ ਬੇਸਡ ਕਲਾਇੰਟ ਨਾਲ ਕੰਮ ਕਰ ਰਹੇ ਹੋ, ਉਸ ਤੋਂ ਕਲੈਕਸ਼ਨ ਦਾ ਕੰਮ ਹੈ ਜਾਂ ਫਿਰ ਕਸਟਮਰ ਸਰਵਿਸ ਦਾ ਕੰਮ ਹੈ, ਤਾਂ ਉਸ ਦੇ ਲਈ ਜੋ ਸ਼ਿਫਟ ਹੈ ਉਹ ਨਾਈਟ ਸ਼ਿਫਟ ਵੀ ਹੋ ਸਕਦੀ ਹੈ। ਜੇਕਰ ਤੁਸੀਂ ਇੰਸ਼ੋਰੈਂਸ ਕੰਪਨੀ ਦੇ ਨਾਲ ਕੰਮ ਕਰ ਰਹੇ ਹੋ ਤਾਂ ਤੁਸੀਂ ਇਹ ਸਾਰਾ ਕੰਮ ਡੇ ਸ਼ਿਫਟ ਦੇ ਵਿੱਚ ਵੀ ਕਰ ਸਕਦੇ ਹੋ। ਤੁਹਾਡੇ ਵਰਕਿੰਗ ਆਵਰ ਚੇਂਜ ਹੋ ਸਕਦੇ ਹਨ ਕੰਪਨੀ ਦੇ ਕੈਰੀਅਰ ਦੇ ਅਕੋਰਡਿੰਗ। ਜਿਹੜੀਆਂ ਸ਼ਿਫਟਸ ਹਨ, ਮੀਨਸ ਮਾਰਨਿੰਗ ਸ਼ਿਫਟ, ਨਾਈਟ ਸ਼ਿਫਟ, ਈਵਨਿੰਗ ਸ਼ਿਫਟ, ਇਹ ਸ਼ਿਫਟਸ ਦੇ ਰੋਟੇਸ਼ਨ ਚੱਲਦੀਆਂ ਰਹਿੰਦੀਆਂ ਹਨ। ਸਪੋਜ਼ ਇੱਕ ਹੀ EMPLOYE ਹਮੇਸ਼ਾ ਮਾਰਨਿੰਗ 'ਚ, ਇੱਕ ਹੀ EMPLOYE ਹਮੇਸ਼ਾ ਨਾਈਟ ਦੇ ਵਿੱਚ ਕੰਮ ਨਹੀਂ ਕਰੇਗਾ। ਸਪੋਜ਼ 30 ਡੇਜ਼ ਨੇ, 10 ਡੇਜ਼ EMPLOYE ਮਾਰਨਿੰਗ, 10 ਡੇਜ਼ ਈਵਨਿੰਗ, 10 ਡੇਜ਼ ਨਾਈਟ ਸ਼ਿਫਟ, ਇਹ ਬੋਲਦੇ ਰੋਟੇਸ਼ਨਸ ਦੇ ਵਿੱਚ ਕੰਮ ਹੁੰਦਾ ਹੈ।
ਕੰਪਨੀ ਇੰਪਲਾਈਜ਼ ਨੂੰ ਵਧੀਆ ਫੀਲ ਕਰਾਉਣ ਦੇ ਲਈ ਸੋਸ਼ਲ ਇੰਟਰੈਕਸ਼ਨ ਜਾਂ ਉਹਦੀ ਆਊਟਿੰਗਸ ਜਾਂ ਫੈਮਿਲੀ ਡੇਜ਼ ਜਾਂ ਫੈਸਟੀਵਲਸ ਦੀ ਕੰਪਨੀ ਦੇ ਵਿੱਚ ਸੈਲੀਬ੍ਰੇਸ਼ਨ ਕਰਾਉਂਦੀ ਹੈ। ਕਈ ਕੰਪਨੀਜ਼ ਇੰਪਲਾਈਜ਼ ਨੂੰ 24 ਆਈ ਕੈਫੇਟੇਰੀਆ, ਜਿਮ, ATM ਜਾਂ ਕਾਉਂਸਲਿੰਗ ਪ੍ਰੋਗਰਾਮਸ ਵੀ ਕਰਾਉਂਦੀ ਹੈ ਉਹਨਾਂ ਦੇ ਬਿਜ਼ਨਸ, ਉਹਨਾਂ ਦੇ ਕੈਰੀਅਰ, ਉਹਨਾਂ ਦੀ ਲਾਈਫ ਦੇ ਰਿਲੇਟਡ। ਇਸ ਦੇ ਨਾਲ ਇੰਪਲਾਈਜ਼ ਨੂੰ ਕੰਪਨੀ ਦੇ ਨਾਲ ਅਟਰੈਕਸ਼ਨ ਰਹਿੰਦੀ ਹੈ। ਵੌਇਸ ਪ੍ਰੋਸੈਸ ਟਾਸਕ ਐਂਡ ਜੌਬਸ ਇਨਕਲੂਡ ਹੁੰਦੀਆਂ ਹਨ ਜੋ ਕਿ ਵੌਇਸ ਕਾਲਸ ਨਾਲ ਰਿਲੇਟਡ ਹੁੰਦੀਆਂ ਹਨ। ਵੌਇਸ ਪ੍ਰੋਸੈਸ ਦੋ ਤਰ੍ਹਾਂ ਦੇ ਹੁੰਦੇ ਨੇ, ਇਨਬਾਊਂਡ ਵੌਇਸ ਪ੍ਰੋਸੈਸ ਐਂਡ ਆਊਟਬਾਊਂਡ ਵੌਇਸ ਪ੍ਰੋਸੈਸ। ਇਨਬਾਊਂਡ ਦੇ ਵਿੱਚ ਕਸਟਮਰ ਜਾਂ ਕਲਾਇੰਟ ਐਕਸਪਰਟੀਜ਼ ਨੂੰ ਕਸਟਮਰ ਕੇਅਰ ਵਾਲਿਆਂ ਨੂੰ ਕਾਲ ਕਰਦੇ ਹਨ। ਆਊਟਬਾਊਂਡ ਦੇ ਵਿੱਚ ਕਸਟਮਰ ਕੇਅਰ ਵਾਲੇ ਕਲਾਇੰਟਸ ਨੂੰ ਕਾਲ ਕਰਦੇ ਹਨ। ਇਨਬਾਊਂਡ ਵੌਇਸ ਪ੍ਰੋਸੈਸ, ਇਸ ਦੇ ਵਿੱਚ ਕਸਟਮਰ ਵੱਲੋਂ ਕਾਲ ਕਸਟਮਰ ਕੇਅਰ ਵਾਲਿਆਂ ਨੂੰ ਜਾਂਦੀ ਹੈ। ਇਹ ਕਾਲ ਕਿਸੇ ਵੀ ਇਸ਼ੂ ਦੇ ਰਿਗਾਰਡਿੰਗ ਹੋ ਸਕਦੀ ਹੈ, ਜਿਵੇਂ ਕਿ ਕੋਈ ਕੰਪਲੇਂਟ ਜਾਂ ਕੋਈ ਹੋਰ ਇਸ਼ੂ। ਜਦੋਂ ਵੀ ਕਸਟਮਰ ਦੀ ਕਾਲ ਰਿਸੀਵ ਹੁੰਦੀ ਹੈ ਤਾਂ ਕਸਟਮਰ ਕੇਅਰ ਰਿਪਰੈਜ਼ੈਂਟੇਟਿਵ ਉਸ ਇਸ਼ੂ ਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਇਸ ਇਸ਼ੂ ਨੂੰ ਫੋਨ ਦੇ ਉੱਤੇ ਹੀ ਰਿਜ਼ੋਲਵ ਕਰ ਸਕਦਾ ਹੈ ਜਾਂ ਫਿਰ ਸੂਟੇਬਲ ਕੰਪਲੇਂਟ ਲਿਖਵਾ ਦਿੱਤੀ ਜਾਂਦੀ ਹੈ ਜਾਂ ਰੇਜ਼ ਕਰ ਦਿੱਤੀ ਜਾਂਦੀ ਹੈ। ਕਸਟਮਰ ਜੋ ਕਾਲ ਕਰਦਾ ਹੈ ਉਹ ਟੈਕਨੀਕਲ ਸਪੋਰਟ ਜਾਂ ਫਿਰ ਕੰਪਲੇਂਟ ਕਰ ਸਕਦਾ ਹੈ। ਟੈਕਨੀਕਲ ਸਪੋਰਟ ਤੋਂ ਭਾਵ ਕਿ ਉਸਨੂੰ ਕੋਈ ਨਵਾਂ ਪ੍ਰੋਡਕਟ ਲਿਆ ਹੈ, ਉਸਨੂੰ ਯੂਜ਼ ਕਰਨ ਵਿੱਚ ਕੋਈ ਪ੍ਰੋਬਲਮ ਹੈ ਤਾਂ ਉਹ ਕਸਟਮਰ ਕੇਅਰ 'ਤੇ ਕਾਲ ਕਰਕੇ ਉਸਨੂੰ ਟੈਕਨੀਕਲ ਸਪੋਰਟ ਲੈ ਸਕਦਾ ਹੈ, ਉਸਨੂੰ ਯੂਜ਼ ਕਰਨ ਦੀ ਸਿਖਲਾਈ ਲੈ ਸਕਦਾ ਹੈ। ਜਾਂ ਫਿਰ ਕਾਲ ਬਿਲਿੰਗ ਇਸ਼ੂ ਜਾਂ ਫਿਰ ਕੁਝ ਹੋਰ ਆਫਰਸ ਪੁੱਛਣ ਦੇ ਬਾਰੇ ਵਿੱਚ ਹੋ ਸਕਦੀ ਹੈ। ਕਾਲ ਸੈਂਟਰ ਐਗਜ਼ੀਕਿਊਟਿਵ ਕੰਪਲੇਂਟਸ ਨੂੰ, ਇਸ਼ੂਜ਼ ਨੂੰ ਰਿਜ਼ੋਲਵ ਕਰਦਾ ਹੈ ਜੋ ਕਿ ਕਸਟਮਰ ਨੇ ਕਾਲ ਕਰਕੇ ਲਿਖਵਾਏ ਸੀ। ਇਸ ਦੇ ਨਾਲ ਕੀ ਹੈ, ਜੋ ਰਿਜ਼ੋਲਵ ਕਰ ਸਕਦੇ ਹਾਂ ਆਪਾਂ ਇਸ਼ੂ, ਤਾਂ ਆਪਾਂ ਨੈਕਸਟ ਆਪਣਾ ਪ੍ਰੋਡਕਟ ਈਜ਼ੀਲੀ ਸੇਲ ਕਰ ਸਕਦੇ ਹਾਂ, ਈਜ਼ੀਲੀ ਆਪਣੇ ਪ੍ਰੋਡਕਟ ਦੇ ਬਾਰੇ ਉਹਨਾਂ ਨੂੰ ਜਾਣੂ ਕਰਾ ਸਕਦੇ ਹਾਂ। ਸੈਕਿੰਡ ਟਾਈਪ ਹੈ ਆਊਟਬਾਊਂਡ ਵੌਇਸ ਪ੍ਰੋਸੈਸ। ਇਸ ਦੇ ਵਿੱਚ ਕਸਟਮਰ ਕੇਅਰ ਵਾਲੇ ਕਲਾਇੰਟ ਨੂੰ ਕਸਟਮਰ ਨੂੰ ਕਾਲ ਕਰਦੇ ਹਨ। ਆਊਟਬਾਊਂਡ ਪ੍ਰੋਸੈਸ ਜਿਹੜਾ ਉਹ ਇਨਬਾਊਂਡ ਨਾਲੋਂ ਥੋੜ੍ਹਾ ਜਿਹਾ ਟਫ ਹੁੰਦਾ ਹੈ। ਕਿਉਂਕਿ ਇਸ ਦੇ ਵਿੱਚ ਕਸਟਮਰ ਕੇਅਰ ਐਗਜ਼ੀਕਿਊਟਿਵ ਨੇ ਕਸਟਮਰ ਨੂੰ ਕਾਲ ਕੀਤੀ ਹੁੰਦੀ ਹੈ, ਉਸਨੂੰ ਗੱਲ ਕਰਨ ਲਈ ਉਸਨੂੰ ਟਾਈਮ ਲੈਣਾ ਪੈਂਦਾ ਹੈ ਕਸਟਮਰ ਦਾ। ਜਦੋਂ ਕਸਟਮਰ ਕਾਲ ਕਰਦਾ ਹੈ ਇਨਬਾਊਂਡ ਦੇ ਵਿੱਚ ਤਾਂ ਕਸਟਮਰ ਆਪਣੀ ਮਰਜ਼ੀ ਦੇ ਅਕੋਰਡਿੰਗ ਆਪਣਾ ਇਸ਼ੂ ਜਾਂ ਕੰਪਲੇਂਟ ਲਿਖਵਾਉਣ ਲਈ ਕਾਲ ਕਰਦਾ ਹੈ। ਬਟ ਆਊਟਬਾਊਂਡ ਦੇ ਵਿੱਚ ਕੀ ਹੈ, ਐਗਜ਼ੀਕਿਊਟਿਵ ਨੇ ਕਾਲ ਕਰਨੀ ਹੈ, ਕਸਟਮਰ ਦੀ ਅਟੈਂਸ਼ਨ ਗੇਨ ਕਰਨੀ ਪੈਂਦੀ ਹੈ ਪਹਿਲਾਂ ਉਸਨੂੰ, ਤਾਂ ਹੀ ਕਸਟਮਰ ਉਸਦੇ ਨਾਲ ਗੱਲ ਕਰਨ ਲਈ ਰੈਡੀ ਹੁੰਦੇ ਹਨ। ਇਸ ਦੇ ਲਈ ਆਊਟਬਾਊਂਡ ਵੌਇਸ ਜਿਹੜੀ ਹੈ ਉਹਦੇ ਲਈ ਕੰਪਨੀ ਵਾਲੇ ਬੈਨੀਫਿਟਸ ਦੱਸਦੇ ਹਨ ਆਪਣੇ ਪ੍ਰੋਡਕਟਸ ਦੇ ਅਤੇ ਉਸਨੂੰ ਕਸਟਮਰ ਨੂੰ ਸੁਣਨ ਲਈ ਅਪੀਲ ਕਰਦੇ ਹਨ। ਇਹ ਕਾਲ ਕੋਈ ਪ੍ਰੋਡਕਟ ਸੇਲ ਕਰਨ ਲਈ ਜਾਂ ਫਿਰ ਜੋ ਇਸ਼ੂ ਕਸਟਮਰ ਨੇ ਪਹਿਲਾਂ ਲਿਖਵਾਇਆ ਸੀ ਉਸਨੂੰ ਰਿਜ਼ੋਲਵ ਕਰਕੇ ਕੀਤੀ ਜਾਂਦੀ ਹੈ, ਜਾਂ ਕੰਪਨੀ ਵਾਲੇ ਕੋਈ ਲੇਟੈਸਟ ਆਫਰ ਦੱਸਣ ਲਈ, ਉਹਨਾਂ ਦੇ ਫਾਇਦੇ ਦੱਸਣ ਲਈ ਵੀ ਆਊਟਬਾਊਂਡ ਵੌਇਸਿਸ ਕਰਦੇ ਹਨ। ਇਹਨਾਂ ਦਾ ਕੰਮ ਕਸਟਮਰਸ ਨੂੰ ਕਨਵਿੰਸ ਕਰਨਾ ਹੁੰਦਾ ਹੈ ਆਪਣੇ ਪ੍ਰੋਡਕਟ ਦੇ ਲਈ, ਬੈਨੀਫਿਟਸ ਦੇ ਲਈ। ਆਊਟਬਾਊਂਡ ਸਰਵਿਸ
ਉਦੋਂ ਹੀ ਸਕਸੈਸਫੁਲ ਮੰਨੀ ਜਾਂਦੀ ਹੈ ਜਦੋਂ ਇਹ ਪਪੂਲੈਰਿਟੀ ਗੇਨ ਕਰ ਲੇ ਜਾਂ ਮੀਨਸ ਰੈਵਨਿਊ ਜ਼ਿਆਦਾ ਪ੍ਰਾਪਤ ਕਰਦੀ ਹੈ। ਅਸੈਪਟਿੰਗ ਆਰਡਰਸ। ਅਸੈਪਟਿੰਗ ਆਰਡਰਸ ਕੀ ਹੈ? ਇਨਬਾਊਂਡ ਪ੍ਰੋਸੈਸ। ਇਸ ਦੇ ਵਿੱਚ ਕੀ ਹੈ? ਕਸਟਮਰ ਆਪਣਾ ਆਰਡਰ ਲਿਖਵਾ ਰਿਹਾ ਹੈ ਕੰਪਨੀ ਨੂੰ ਕਾਲ ਕਰਕੇ। ਦੈਟ ਮੀਨਸ ਇਹ ਕੀ ਹੈ? ਇਨਬਾਊਂਡ, ਕਸਟਮਰ ਦੁਆਰਾ ਕਾਲ ਕੀਤੀ ਜਾ ਰਹੀ ਹੈ। ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ। ਕੋਈ ਅਜੇ ਯਾਦਵ ਨਾਮ ਦਾ EMPLOYEE ਵੌਇਸ ਪ੍ਰੋਸੈਸ ਸੈਕਸ਼ਨ ਦੇ ਵਿੱਚ ਕੰਮ ਕਰਦਾ ਹੈ ਅਤੇ ਉਸਦੀ ਜੌਬ ਰਿਸਪੌਂਸਿਬਿਲਿਟੀ ਕੀ ਹੈ? ਆਰਡਰ ਟੇਕਿੰਗ। ਠੀਕ ਹੈ। ਹੁਣ ਆਰਡਰ ਟੇਕਿੰਗ ਦੇ ਵਿੱਚ ਇਹ ਕੀ ਹੈ? ਇਨਬਾਊਂਡ ਕਾਲ। ਅਜੇ ਕਿੱਦਾਂ ਕਸਟਮਰਸ ਤੋਂ ਆਰਡਰਸ ਲੈਂਦਾ ਹੈ? ਉਹ ਪ੍ਰੋਡਕਟ ਦੀ ਡਿਟੇਲਸ ਨੋਟ ਕਰਦਾ ਹੈ। ਕਿਵੇਂ? ਇੱਕ ਸਕ੍ਰਿਪਟ ਤਿਆਰ ਕੀਤੀ ਜਾਂਦੀ ਹੈ ਕੰਪਿਊਟਰ ਦੇ ਉੱਤੇ। ਇਹ ਸਕ੍ਰਿਪਟ CRM ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ ਸੌਫਟਵੇਅਰ ਦੁਆਰਾ ਬਣਾਈ ਜਾਂਦੀ ਹੈ। ਜੋ EMPLOYEE ਹੈ ਉਹ ਸਕਰੀਨ ਦੇ ਉੱਤੋਂ ਕੁਐਸਚਨਸ ਪੜ੍ਹ ਕੇ ਕਸਟਮਰ ਤੋਂ ਪੁੱਛਦਾ ਹੈ ਅਤੇ ਉਸਦੇ ਰਿਸਪੌਂਸ CRM ਦੇ ਵਿੱਚ ਸੇਵ ਕਰਦਾ ਹੈ ਅਤੇ ਉਸਦੀ ਸਾਰੀਆਂ ਡਿਟੇਲਸ ਨੂੰ ਕੰਪਿਊਟਰ ਦੇ ਵਿੱਚ ਸੇਵ ਕਰ ਲੈਂਦਾ ਹੈ। ਆਰਡਰ ਅਸੈਪਟਿੰਗ ਦੇ ਲਈ ਸਕਿੱਲਸ ਕੀ ਰਿਕੁਆਇਰਡ ਨੇ? ਐਬਿਲਿਟੀ ਟੂ ਮਲਟੀਟਾਸਕ। ਓਬਵੀਅਸਲੀ ਤੁਸੀਂ ਗੱਲ ਵੀ ਕਰ ਰਹੇ ਹੋ ਫੋਨ ਦੇ ਉੱਤੇ, ਸਕ੍ਰਿਪਟਸ ਲਿਖਣੀਆਂ ਵੀ ਹਨ ਅਤੇ ਉਹਨਾਂ ਦੀ ਡਿਟੇਲ ਵੀ ਰਿਕਾਰਡ ਕਰਕੇ ਰੱਖਣੀ ਹੈ। ਤਾਂ ਕੀ ਹੈ? ਤੁਹਾਡੇ ਵਿੱਚ ਮਲਟੀਟਾਸਕ ਦੀ ਐਬਿਲਿਟੀ ਹੋਣੀ ਚਾਹੀਦੀ ਹੈ। ਲਿਸਨਿੰਗ, ਰੀਡਿੰਗ, ਟਾਈਪਿੰਗ ਸਪੀਡ ਹੋਣੀ ਚਾਹੀਦੀ ਹੈ। ਟਾਈਪਿੰਗ ਸਪੀਡ ਮੀਨਸ ਜੋ ਆਪਣਾ ਕਸਟਮਰ ਬੋਲ ਰਿਹਾ ਉਹ ਆਪਾਂ ਨੂੰ ਨਾਲ ਦੀ ਨਾਲ ਟਾਈਪ ਕਰਨਾ ਪੈਂਦਾ ਹੈ। ਆਪਣੀ ਸਪੀਕਿੰਗ ਅੱਛੀ ਹੋਣੀ ਚਾਹੀਦੀ ਹੈ। ਪੋਲਾਈਟਨੈਸ ਹੋਣੀ ਚਾਹੀਦੀ ਹੈ ਆਪਣੇ ਟੋਨ ਦੇ ਵਿੱਚ। ਕੰਸੈਂਟਰੇਸ਼ਨ ਇਹ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਤੁਸੀਂ ਐਟ ਅ ਟਾਈਮ 'ਤੇ ਕੁਐਸਚਨਸ ਪੜ੍ਹਨੇ ਵੀ ਹਨ, ਬੋਲਣੇ ਵੀ ਹਨ, ਆਨਸਰਸ ਵੀ ਸੁਣਨੇ ਹਨ ਅਤੇ ਨਾਲ ਦੀ ਨਾਲ ਉਹ ਟਾਈਪ ਵੀ ਕਰਨੇ ਹਨ। ਕਸਟਮਰ ਸਰਵਿਸ। ਕਸਟਮਰ ਸਰਵਿਸ ਵੀ ਇਨਬਾਊਂਡ ਕਾਲ ਹੈ। ਇਸ ਦੇ ਵਿੱਚ ਕਸਟਮਰਸ ਆਪਣੀ ਕੰਪਲੇਨ ਲਿਖਾਉਣ ਦੇ ਲਈ ਜਾਂ ਫਿਰ ਕਿਸੇ ਇਸ਼ੂ ਦੇ ਲਈ ਜਾਂ ਕੋਈ ਆਫਰ ਪੁੱਛਣ ਦੇ ਲਈ ਕਸਟਮਰ ਸਰਵਿਸ ਵਾਲਿਆਂ ਨੂੰ ਕਾਲ ਕਰਦੇ ਹਨ। ਕਸਟਮਰ ਕਾਲ ਕਰਦੇ ਹਨ ਦੈਟ ਮੀਨਸ ਇਹ ਇਨਬਾਊਂਡ ਕਾਲ ਹੈ। ਇਸ ਦੇ ਵਿੱਚ ਇੱਕ EMPLOYEE ਹੈ ਆਪਣਾ ਸਨੇਹਾ ਸ਼ਰਮਾ। ਵੌਇਸ ਪ੍ਰੋਸੈਸ ਸੈਕਸ਼ਨ ਦੇ ਵਿੱਚ ਉਹਨਾਂ ਦੀ ਜੌਬ ਰਿਸਪੌਂਸਿਬਿਲਿਟੀ ਹੈ ਕਸਟਮਰ ਸਰਵਿਸ। ਸਨੇਹਾ ਸ਼ਰਮਾ ਨੂੰ ਪਰ ਡੇ 200 ਕਾਲਸ ਲਗਭਗ ਲੈਣੀਆਂ ਪੈਂਦੀਆਂ ਹਨ। ਉਸਨੂੰ EMPLOYEES ਦੀ ਫਰਸਟ੍ਰੇਸ਼ਨ, EMPLOYEES ਦੇ ਕੰਪਲੇਂਟਸ ਸਭ ਕੁਛ ਨੂੰ ਹੈਂਡਲ ਕਰਨਾ ਪੈਂਦਾ ਹੈ ਕੀਪ ਕਾਮ ਰਹਿ ਕੇ। ਠੀਕ ਹੈ। ਉਸਨੂੰ ਇੱਕ ਕਾਲ ਤੋਂ ਬਾਅਦ ਨੈਕਸਟ ਕਾਲ ਅਟੈਂਡ ਕਰਨੀ ਪੈਂਦੀ ਹੈ। ਹਰੇਕ ਕਾਲ ਜਾਂ ਤਾਂ ਫਰਸਟ੍ਰੇਸ਼ਨ ਹੁੰਦੀ ਹੈ ਜਾਂ ਆਫਰਸ ਦੇ ਬਾਰੇ ਵਿੱਚ ਹੁੰਦੀ ਹੈ ਜਾਂ ਕੋਈ ਇਸ਼ੂ ਦੇ ਰਿਲੇਟਡ ਹੁੰਦੀ ਹੈ ਕਿ ਸਾਨੂੰ ਪ੍ਰੋਡਕਟ ਦੇ ਵਿੱਚ ਇਹ ਇਸ਼ੂ ਆ ਰਿਹਾ ਹੈ। ਤਾਂ ਸਨੇਹਾ ਸ਼ਰਮਾ ਨੂੰ ਇਹ ਸਾਰੇ ਜੋ ਕਾਲਸ ਹਨ ਉਹ ਪੇਸ਼ੈਂਸ ਦੇ ਨਾਲ, ਪੋਲਾਈਟਨੈਸ ਦੇ ਨਾਲ ਡੀਲ ਕਰਨੇ ਪੈਂਦੇ ਹਨ। ਇੱਕ ਕਸਟਮਰ ਸਰਵਿਸ ਰਿਪਰੈਜ਼ੈਂਟੇਟਿਵ ਦੇ ਲਈ ਸਕਿੱਲਸ ਰਿਕੁਆਇਰਡ ਹਨ। ਐਮਪਥੀ, ਪੋਲਾਈਟਨੈਸ, ਪੇਸ਼ੈਂਸ, ਕਰਟਸੀ, ਟਾਈਪਿੰਗ। ਟਾਈਪਿੰਗ ਕੀ? ਰਿਕਾਰਡ ਰੱਖਣ ਲਈ ਕੰਪਿਊਟਰ ਦੇ ਵਿੱਚ ਸਾਰੀ ਟਾਈਪਿੰਗ ਕਰਨੀ ਪੈਂਦੀ ਹੈ EMPLOYEE ਦਾ ਕੀ ਇਸ਼ੂ ਸੀ। ਪੋਲਾਈਟਨੈਸ ਐਂਡ ਪੇਸ਼ੈਂਸ ਦੇ ਨਾਲ ਹੀ ਕਸਟਮਰ ਦੇ ਨਾਲ ਗੱਲ ਕਰਨੀ ਪੈਂਦੀ ਹੈ। ਨੈਕਸਟ ਹੈ ਟੈਲੀਸੇਲਸ। ਟੈਲੀਸੇਲਸ ਕੀ ਹੈ? ਆਊਟਬਾਊਂਡ ਕਾਲ। ਇਸ ਦੇ ਵਿੱਚ ਕੀ ਹੈ? ਕਸਟਮਰ ਨੂੰ ਸੇਲ ਕਰਨ ਦੇ ਲਈ ਪ੍ਰੋਡਕਟ ਕਾਲ ਕੀਤੀਆਂ ਜਾਂਦੀਆਂ ਹਨ। ਐਗਜ਼ਾਮਪਲ ਲਈ ਰਿਸ਼ਿਕ ਮਿੱਤਲ ਇੱਕ EMPLOYEE ਹੈ ਵੌਇਸ ਪ੍ਰੋਸੈਸ ਦੇ ਵਿੱਚ। ਉਹਦੀ ਜੌਬ ਰਿਸਪੌਂਸਿਬਿਲਿਟੀ ਹੈ ਟੈਲੀਸੇਲਿੰਗ। ਉਹ ਕਸਟਮਰਸ ਨੂੰ ਕਾਲ ਕਰਦੇ ਹਨ, ਕਸਟਮਰ ਨੂੰ ਆਪਣੀ ਕੰਪਨੀ ਦੀ ਸਰਵਿਸਿਜ਼ ਦੱਸਦੇ ਹਨ ਜੋ ਕਿ ਕੰਪਨੀ ਦੀ ਸਰਵਿਸ ਲਈ ਰੈਡੀ ਵੀ ਹੋ ਸਕਦੇ ਹਨ ਜਾਂ ਨਹੀਂ ਵੀ ਹੋ ਸਕਦੇ। ਮੋਸਟਲੀ ਕਸਟਮਰਸ ਕਹਿ ਦਿੰਦੇ ਨੇ ਅਸੀਂ ਬਿਜ਼ੀ ਹਾਂ, ਆਈ ਐਮ ਨਾਟ ਇੰਟਰਸਟਿਡ, ਜਾਂ ਫਿਰ ਇਰੀਟੇਟ ਹੋ ਜਾਂਦੇ ਹਨ ਟੈਲੀਕਾਲਸ ਵਾਲਿਆਂ ਨਾਲ। ਟੈਲੀਕਾਲਸ ਵਾਲਿਆਂ ਨੂੰ ਇਹ ਸਾਰਾ ਧਿਆਨ 'ਚ ਰੱਖਣਾ ਪੈਂਦਾ ਹੈ ਕਿ ਕਸਟਮਰ ਨੂੰ
ਘੱਟ ਤੋਂ ਘੱਟ ਸਮੇਂ ਦੇ ਵਿੱਚ ਪ੍ਰੋਪਰ ਪ੍ਰੋਡਕਟ ਦੇ ਬਾਰੇ ਵਿੱਚ ਸਮਝਾਇਆ ਜਾਵੇ। ਇਸ ਦੇ ਲਈ ਸਕਿੱਲਸ ਰਿਕੁਆਇਰਡ ਨੇ ਰਾਈਟ ਟਾਈਮਿੰਗ, पोलाइटनेस, ना ही ਬਹੁਤਾ ਅਗਰੈਸਿਵ ਹੋਣਾ ਹੈ ਨਾ ਹੀ ਬਹੁਤਾ ਸਬਮਿਸਿਵ ਰਹਿਣਾ ਹੈ। ਪ੍ਰੋਡਕਟ ਦੀ ਨੌਲੇਜ ਹੋਣੀ ਚਾਹੀਦੀ ਹੈ। ਅਗਰ ਪ੍ਰੋਡਕਟ ਨੌਲੇਜ ਹੀ ਪ੍ਰੋਪਰ ਨਹੀਂ ਹੈ ਆਪਾਂ ਨੂੰ ਤਾਂ ਆਪਾਂ ਕਸਟਮਰ ਨੂੰ ਪ੍ਰੋਪਰਲੀ ਡਿਫਾਈਨ ਨਹੀਂ ਕਰ ਸਕਦੇ। courtesy ਐਂਡ ਟਾਈਪਿੰਗ। ਨੈਕਸਟ ਹੈ ਕਲੈਕਸ਼ਨ। ਕਲੈਕਸ਼ਨ ਕੀ ਹੈ? ਕਸਟਮਰਸ ਤੋਂ ਪੇਮੈਂਟ ਕਲੈਕਟ ਕਰਨਾ, ਪੈਂਡਿੰਗ ਪੇਮੈਂਟਸ ਕਸਟਮਰ ਤੋਂ ਕਢਵਾਉਣੀਆਂ, ਫੋਨ ਦੇ ਉੱਤੇ ਗੱਲ ਕਰਕੇ ਉਹਨਾਂ ਨੂੰ ਕਸਟਮਰਸ ਨੂੰ ਕਲੈਕਸ਼ਨ ਲਈ ਕਹਿਣਾ, ਪੇਮੈਂਟਸ ਲਈ ਕਹਿਣਾ। ਖੁਸ਼ੀ ਅਗਰਵਾਲ ਇੱਕ EMPLOYEE ਹੈ ਵੌਇਸ ਪ੍ਰੋਸੈਸ ਦੇ ਵਿੱਚ। ਜੌਬ ਰਿਸਪੌਂਸਿਬਿਲਟੀ ਹੈ ਕਲੈਕਸ਼ਨ। ਅੱਜ ਕੱਲ੍ਹ ਕੀ ਹੈ ਕਿ ਈਜ਼ੀਲੀ ਲੋਨ ਤਾਂ ਕਸਟਮਰਸ ਲੈ ਲੈਂਦੇ ਹਨ, ਬਟ ਉਹਨਾਂ ਨੂੰ ਜੋ ਇੰਪਲੋਇਮੈਂਟ ਪੇਮੈਂਟ ਕਰਨੀ ਪੈਂਦੀ ਹੈ ਮੰਥਲੀ ਇੰਸਟਾਲਮੈਂਟਸ ਦੀ, ਉਹ ਥੋੜ੍ਹੀ ਮੁਸ਼ਕਿਲ ਲੱਗਦੀ ਹੈ। ਇਸ ਲਈ ਕਲੈਕਸ਼ਨ ਵਾਲਿਆਂ ਨੂੰ ਕਾਲ ਕਰਕੇ ਬਾਰ-ਬਾਰ ਪੇਮੈਂਟ ਲਈ ਬੋਲਣਾ ਪੈਂਦਾ ਹੈ। ਕਸਟਮਰ ਇਸ ਦੇ ਨਾਲ ਇਰੀਟੇਟ ਹੋ ਜਾਂਦੇ ਹਨ, ਰੂਡ ਹੋ ਜਾਂਦੇ ਹਨ ਜਾਂ ਫਿਰ ਕਾਲ ਹੀ ਕੱਟ ਦਿੰਦੇ ਹਨ। ਇਹ ਸਾਰੇ ਚੈਲੰਜਸ ਇੱਕ ਕਲੈਕਸ਼ਨ ਵਾਲੇ EMPLOYEE ਨੂੰ ਟੈਕਲ ਕਰਨੇ ਪੈਂਦੇ ਹਨ। ਇਸ ਦੇ ਲਈ ਸਕਿੱਲਸ ਰਿਕੁਆਇਰਡ ਹੈ ਨੂਮੈਰੀਕਲ, ਟੈਕਸ, पोलाइटनेस, ਟਾਈਪਿੰਗ, ਐਨਾਲਿਟੀਕਲ, ਪੇਸ਼ੈਂਸ, courtesy। ਓਬਵੀਅਸਲੀ ਜਦੋਂ ਕਿਸੇ ਤੋਂ ਪੇਮੈਂਟ ਦੀ ਗੱਲ ਕਰਦੇ ਹਾਂ ਤਾਂ ਆਪਾਂ ਨੂੰ ਪੇਸ਼ੈਂਸ ਦੇ ਨਾਲ ਗੱਲ ਕਰਨੀ ਪੈਂਦੀ ਹੈ, ਉਹਦੀ ਡਿਟੇਲ ਨੂੰ ਟਾਈਪ ਕਰਕੇ ਰੱਖਣਾ ਪੈਂਦਾ ਹੈ, पोलाइटनेस ਨਾਲ ਗੱਲ ਕਰਨੀ ਪੈਂਦੀ ਹੈ। ਜੇ ਕਲੈਕਸ਼ਨ ਹੈ ਪੇਮੈਂਟ ਦੇ ਨਾਲ ਰਿਲੇਟਿਡ ਹੈ ਤਾਂ ਨੂਮੈਰੀਕਲ ਐਂਡ ਐਨਾਲਿਟੀਕਲ ਸਕਿੱਲਸ ਵੀ ਰਿਕੁਆਇਰਡ ਹੁੰਦੇ ਹਨ। ਨॉन ਵੌਇਸ ਪ੍ਰੋਸੈਸ ਡੇਟਾ ਐਂਟਰੀ। ਇਸ ਦੇ ਵਿੱਚ ਕੀ ਹੈ, ਵੌਇਸ ਕਾਲ ਇਨਕਲੂਡਡ ਨਹੀਂ ਹੈ। ਇਸ ਦੇ ਵਿੱਚ ਡੇਟਾ ਐਂਟਰੀ ਮੀਨਸ ਜਸਟ ਕੰਪਿਊਟਰ ਦੇ ਉੱਤੇ ਹੀ ਆਪਣਾ ਡੇਟਾ ਦਾ ਰਿਕਾਰਡ ਰੱਖਣਾ ਹੁੰਦਾ ਹੈ, ਡੇਟਾ ਐਂਟਰ ਕਰਕੇ ਰੱਖਣਾ ਹੁੰਦਾ ਹੈ। ਬੇਲਾ ਬੋਸ ਇੱਕ EMPLOYEE ਹੈ ਨॉन ਵੌਇਸ ਪ੍ਰੋਸੈਸ ਦੇ ਵਿੱਚ, ਮੀਨਸ ਕਾਲਿੰਗ ਦੇ ਰਿਲੇਟਿਡ ਨਹੀਂ ਹੈ, ਨॉन ਵੌਇਸ ਪ੍ਰੋਸੈਸ ਹੈ। ਜੌਬ ਰਿਸਪੌਂਸਿਬਿਲਟੀ ਕੀ ਹੈ? ਡੇਟਾ ਐਂਟਰੀ। ਬੇਲਾ ਇਜ਼ ਫਰੋਮ ਦਾ ਨॉन ਵੌਇਸ ਪ੍ਰੋਸੈਸ। ਬੇਲਾ ਨॉन ਵੌਇਸ ਪ੍ਰੋਸੈਸ ਦੇ ਵਿੱਚ ਕੰਮ ਕਰ ਰਹੀ ਹੈ। ਉਹ ਬਹੁਤ ਜ਼ਿਆਦਾ ਡੇਟਾ ਐਂਟਰੀ ਦਾ ਕੰਮ ਕਰਦੀ ਹੈ ਕੰਪਿਊਟਰ ਦੇ ਉੱਤੇ। ਉਹ ਲਿਟਲ ਸ਼ਾਈ ਹੈ ਅਤੇ ਇੱਕ ਫੋਨ ਦੇ ਉੱਤੇ ਕੰਫਰਟੇਬਲ ਫੀਲ ਨਹੀਂ ਕਰਦੀ। ਉਹ EMPLOYEES ਦਾ ਰਿਕਾਰਡ ਜਾਂ ਫਿਰ EMPLOYEES ਨਾਲ ਗੱਲਬਾਤ ਕਰਨ ਲਈ ਈਮੇਲ ਦੀ ਵਰਤੋਂ ਕਰਦੀ ਹੈ। ਸਕਿੱਲਸ ਕੀ ਰਿਕੁਆਇਰਡ ਹਨ ਡੇਟਾ ਐਂਟਰੀ ਲਈ? 45 words per minute with 95% ਐਕੂਰੇਸੀ। ਟਾਈਪਿੰਗ ਸਪੀਡ ਜਿਹੜੀ ਉਹ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ। ਸਪੀਡ ਦੇ ਨਾਲ ਨਾਲ ਐਕੂਰੇਸੀ ਵੀ ਜ਼ਰੂਰੀ ਹੈ। ਨੈਕਸਟ ਲਿਸਨਿੰਗ, ਸਪੀਕਿੰਗ, ਸਪੀਕ ਕਲੀਅਰਲੀ ਕਰਨਾ ਹੈ, ਨॉट यूजिंग टेक्निकल jargons। इंग्लिश फ्लुएंट होनी चाहिए है, हिंदी एसेंट होना चाहिए है, राइट क्वेश्चन आस्किंग स्किल्स होने चाहिए हैं, फोन एटिकेट्स। इन्हां सारिਆਂ ਦੇ ਨਾਲ ਵਰਕ ਨੂੰ ਕੰਪਲੀਟ ਕਰਨ ਲਈ EMPLOYEE ਨੂੰ ਮੋਟੀਵੇਟਿਡ, ਵੈਲ ਗਰੂਮਡ, ਡਿਸਿਪਲਿਨਡ ਅਤੇ ਪੋਜ਼ਿਟਿਵ ਐਟੀਟਿਊਡ ਵਾਲਾ ਹੋਣਾ ਬਹੁਤ ਜ਼ਰੂਰੀ ਹੈ। Standard organizational policies. As a CSR, customer service representative, ਤੁਹਾਨੂੰ ਕੰਪਨੀ ਦੀ ਪੋਲਿਸੀਜ਼ ਫੋਲੋ ਕਰਨੀਆਂ ਪੈਂਦੀਆਂ ਹਨ। ਇਹ ਪੋਲਿਸੀਜ਼ ਇੱਕ ਸੰਸਥਾ ਤੋਂ ਦੂਜੀ ਸੰਸਥਾ ਦੇ ਲਈ ਵੱਖਰੀਆਂ ਹੋ ਸਕਦੀਆਂ ਹਨ। ਸਿਰਫ ਆਰਗੇਨਾਈਜੇਸ਼ਨ ਹੀ ਨਹੀਂ, ਪ੍ਰੋਡਕਟ ਅਤੇ ਸਰਵਿਸ ਦੇ ਅਕੋਰਡਿੰਗ ਵੀ ਇਹ ਸਰਵਿਸਿਜ਼ ਪੋਲਿਸੀਜ਼ ਚੇਂਜ ਹੋ ਸਕਦੀਆਂ ਹਨ। ਕਿਸੇ ਵੀ ਕਮਿਊਨੀਕੇਸ਼ਨ ਸੰਸਥਾ ਦੀਆਂ ਪੋਲਿਸੀਜ਼ ਲਈ ਜਾਂ ਕਸਟਮਰਸ ਨਾਲ ਗੱਲ ਕਰਨ ਲਈ ਇੱਕ ਟ੍ਰੇਨਿੰਗ ਤੇ ਬਿਜ਼ਨਸ ਪੋਲਿਸੀਜ਼ ਬਣਾਈਆਂ ਜਾਂਦੀਆਂ ਹਨ। ਜਿਵੇਂ ਕਿ ਤੁਹਾਨੂੰ ਇੱਕ ਬੌਂਡ ਸਾਈਨ ਕਰਨਾ ਪੈਂਦਾ ਹੈ ਜੋ ਕਿ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਦੀਆਂ ਗਾਈਡਲਾਈਨਸ ਦੇ ਅਕੋਰਡਿੰਗ ਦੇ ਬਣਿਆ ਹੁੰਦਾ ਹੈ। ਤੁਹਾਨੂੰ ਇਨਸ਼ੋਰ ਕਰਨਾ ਪੈਂਦਾ ਹੈ ਕਿ ਜੋ ਡਾਟਾ ਤੁਸੀਂ ਪ੍ਰੋਵਾਈਡ ਕਰ ਰਹੇ ਹੋ ਬਿਜ਼ਨਸ ਕਾਲਸ ਦੇ ਅਕੋਰਡਿੰਗ ਹੀ ਹੋਣਾ ਚਾਹੀਦਾ ਹੈ। ਤੁਹਾਨੂੰ ਕਾਲ ਦੇ ਅਕੋਰਡਿੰਗ ਹਮੇਸ਼ਾ ਪ੍ਰੋਫੈਸ਼ਨਲ ਵੇ ਦੇ ਵਿੱਚ ਗੱਲ ਕਰਨੀ ਹੈ। ਤੁਹਾਡੀ ਜੋ ਲੈਂਗੁਏਜ ਹੈ ਉਹ ਪ੍ਰੋਪਰ ਅਤੇ ਕਲੀਅਰ ਹੋਣੀ ਚਾਹੀਦੀ ਹੈ।
ਕਸਟਮਰ ਨੂੰ ਪ੍ਰੋਡਕਟ ਸੇਲ ਕਰਨ ਦੇ ਲਈ ਮਿਸਲੀਡ ਨਹੀਂ ਕਰਨਾ। ਪ੍ਰੋਡਕਟ ਦੇ ਬਾਰੇ ਵਿੱਚ ਨੌਲੇਜ ਦਿਓ, ਕਸਟਮਰਸ ਦੀ ਰਾਏ ਪੁੱਛੋ, ਨਾ ਕਿ ਉਸਨੂੰ ਮਿਸਲੀਡ ਕਰਨਾ ਹੈ। ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ, ਫੀਡਬੈਕ ਲੈ ਸਕਦੇ ਹੋ ਕਸਟਮਰਸ ਤੋਂ। ਨੈਕਸਟ, ਤੁਹਾਨੂੰ ਕੰਪਨੀ ਦਾ ਡਾਟਾ ਜਾਂ ਡਿਟੇਲਸ ਕਸਟਮਰਸ ਦੇ ਨਾਲ ਸ਼ੇਅਰ ਨਹੀਂ ਕਰਨੀਆਂ, ਚਾਹੇ ਕਸਟਮਰ ਪੁੱਛ ਵੀ ਰਿਹਾ ਹੈ ਉਸ ਦੇ ਬਾਰੇ। ਕੰਪਨੀ ਦੇ ਵਿੱਚ ਤੁਹਾਨੂੰ ਕਾਲ ਦੇ ਉੱਤੇ ਹੋਲਡ ਕਰਨਾ ਜਾਂ ਰਿਟਰਨ ਕਰਨ ਦੇ ਲਈ ਗਾਈਡਲਾਈਨਸ ਨੂੰ ਫੋਲੋ ਕਰਨਾ ਪੈਂਦਾ ਹੈ। ਕਦੇ ਵੀ ਕਾਲ ਦੇ ਉੱਤੇ ਕਸਟਮਰ ਦੀ ਪਰਸਨਲ ਡਿਟੇਲ ਬਾਰੇ ਨਹੀਂ ਪੁੱਛਣਾ। ਵਰਕ ਸਟੇਸ਼ਨ ਦੇ ਉੱਤੇ ਤੁਹਾਨੂੰ ਹਮੇਸ਼ਾ ਔਨ ਟਾਈਮ ਅਤੇ ਆਰਗੇਨਾਈਜੇਸ਼ਨ ਦੇ ਡਰੈਸ ਕੋਡ ਦੇ ਅਕੋਰਡਿੰਗ ਰਿਪੋਰਟ ਕਰਨਾ ਪੈਂਦਾ ਹੈ। ਜਦੋਂ ਇੱਕ ਆਫਰ ਸਾਈਨ ਕੀਤਾ ਜਾਂਦਾ ਹੈ ਤਾਂ 3 ਤੋਂ 6 ਮਹੀਨਿਆਂ ਦਾ ਪਹਿਲਾ ਪ੍ਰੋਬੇਸ਼ਨ ਪੀਰੀਅਡ ਰੱਖਿਆ ਜਾਂਦਾ ਹੈ। ਜੇਕਰ ਤੁਹਾਡਾ ਪ੍ਰੋਬੇਸ਼ਨ ਪੀਰੀਅਡ ਸੈਟਿਸਫੈਕਟਰੀ ਹੈ, ਸੰਤੁਸ਼ਟੀ ਵਾਲਾ ਹੈ, ਤਾਂ ਹੀ ਤੁਹਾਡੀ ਜੌਬ ਨੂੰ ਕਨਫਰਮ ਕੀਤਾ ਜਾਂਦਾ ਹੈ। ਕੰਪਨੀ ਦੇ ਅਕੋਰਡਿੰਗ ਟਾਈਮ ਟੂ ਟਾਈਮ ਤੁਹਾਡੀ ਡਿਊਟੀਜ਼ ਨੂੰ ਚੇਂਜ ਵੀ ਕੀਤਾ ਜਾ ਸਕਦਾ ਹੈ, ਬਟ ਤੁਹਾਡੇ ਜੋ ਪਾਲਿਸੀਜ਼ ਨੇ, ਰੂਲਸ ਨੇ, ਉਹ ਕੰਟੀਨਿਊ ਰਹਿਣਗੇ। ਇੰਪਲੋਇਮੈਂਟ ਦੇ ਟਾਈਮ 'ਤੇ ਤੁਸੀਂ ਪ੍ਰੋਫੈਸ਼ਨਲ ਰਹਿਣਾ ਹੈ, ਰਿਸਪੌਂਸਿਬਲੀ ਆਪਣਾ ਬਿਹੇਵੀਅਰ, ਅਟੈਂਡੈਂਸ ਅਤੇ ਪਰਫਾਰਮੈਂਸ ਦੇ ਉੱਤੇ ਧਿਆਨ ਰੱਖਣਾ ਹੈ। ਅਟੈਂਡੈਂਸ ਤੁਹਾਡੀ ਰੈਗੂਲਰ ਹੋਣੀ ਚਾਹੀਦੀ ਹੈ, ਬਿਹੇਵੀਅਰ ਤੁਹਾਡਾ ਵਧੀਆ ਹੋਣਾ ਚਾਹੀਦਾ ਹੈ, ਕਿਸੇ ਦੇ ਨਾਲ ਮਿਸਬਿਹੇਵ ਨਹੀਂ ਕਰਨਾ। ਪਰਫਾਰਮੈਂਸ ਜੋ ਤੁਹਾਡੀ ਹੈ ਹਮੇਸ਼ਾ ਅਪ ਰਹਿਣੀ ਚਾਹੀਦੀ ਹੈ। ਕੰਪਨੀ ਕਿਸੇ ਵੀ ਟਾਈਮ 'ਤੇ ਤੁਹਾਡੇ ਮੈਡੀਕਲ ਚੈੱਕਅਪਸ ਕਰਾ ਸਕਦੀ ਹੈ ਤੁਹਾਡੀ ਫਿਟਨੈਸ ਨੂੰ ਚੈੱਕ ਕਰਨ ਦੇ ਲਈ, ਜਾਂ ਕੰਪਨੀ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗ ਤੁਹਾਨੂੰ ਰੀਲੋਕੇਟ ਵੀ ਕਰ ਸਕਦੀ ਹੈ ਇੱਕ ਕਿਸੇ ਆਫਿਸ ਦੇ ਵਿੱਚ, ਜਾਂ ਫਿਰ ਇੰਡੀਆ ਦੇ ਵਿੱਚ, ਜਾਂ ਇੰਡੀਆ ਤੋਂ ਬਾਹਰ ਕਿਤੇ ਵੀ। ਇਹ ਵੀ ਨੋਰਮਸ ਦੇ ਅਕੋਰਡਿੰਗ ਹੈ। ਬਿਜ਼ਨਸ ਦੇ ਪਰਪਸ ਦੇ ਅਕੋਰਡਿੰਗ ਜਾਂ ਆਪਣੀ ਪਰਫਾਰਮੈਂਸ ਨੂੰ ਇੰਪਰੂਵ ਕਰਨ ਦੇ ਲਈ ਤੁਹਾਨੂੰ ਇੰਡੀਆ ਜਾਂ ਆਊਟਸਾਈਡ ਟਰੈਵਲ ਵੀ ਕਰਨਾ ਪੈ ਸਕਦਾ ਹੈ। ਕੰਪਨੀ ਦੀਆਂ ਪਾਲਿਸੀਜ਼ ਜੋ ਹੌਲੀਡੇ ਦੇ ਲਈ 1 ਅਪ੍ਰੈਲ ਤੋਂ ਲੈ ਕੇ 31 ਮਾਰਚ ਦੇ ਵਿੱਚ ਹੁੰਦੀਆਂ ਹਨ। 1 ਅਪ੍ਰੈਲ ਤੋਂ ਫਿਰ ਨੈਕਸਟ ਈਅਰ ਸ਼ੁਰੂ ਹੁੰਦਾ ਹੈ ਹੌਲੀਡੇਜ਼ ਦੇ ਲਈ। ਤੁਹਾਨੂੰ ਲੀਵਸ ਵੀ ਲੀਵ ਪਾਲਿਸੀ ਦੇ ਅਕੋਰਡਿੰਗ ਹੀ, ਗਵਰਨਿੰਗ ਬਾਡੀ ਦੇ ਅਕੋਰਡਿੰਗ ਹੀ ਲੈਣੀਆਂ ਪੈਂਦੀਆਂ ਹਨ। ਤੁਸੀਂ 45 ਘੰਟੇ ਪਰ ਵੀਕ ਕੰਮ ਕਰਨਾ ਹੈ, ਜਿਸ ਦੇ ਵਿੱਚ ਮੀਲ ਬ੍ਰੇਕਸ ਤੁਹਾਡੀਆਂ ਸ਼ਿਫਟ ਦੇ ਬੇਸਿਸ ਦੇ ਅਕੋਰਡਿੰਗ ਸ਼ਾਮਿਲ ਹੁੰਦੀਆਂ ਹਨ। ਤੁਹਾਨੂੰ ਕਿਸੇ ਨੂੰ ਵੀ ਕਾਸਟ, ਰਿਲੀਜਨ, ਕਲਰ ਦੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਕਰਨਾ, ਫਿਜ਼ੀਕਲੀ ਜਾਂ ਮੈਡੀਕਲੀ ਤੌਰ 'ਤੇ। ਤੁਹਾਨੂੰ ਜਦੋਂ ਵੀ ਕਾਲ ਨੂੰ ਐਂਡ ਅਪ ਕਰਨਾ ਹੈ ਤਾਂ ਥੈਂਕਫੁਲ ਇੱਕ ਮੈਨਰ ਦੇ ਨਾਲ ਕਰਨਾ ਹੈ। ਕਸਟਮਰਸ ਦੀ ਕਾਲ ਹੈ ਜੋ ਹਮੇਸ਼ਾ ਰਿਸਪੈਕਟਫੁਲ ਵੇ ਦੇ ਨਾਲ ਅਟੈਂਡ ਕਰਨੀ ਹੈ, ਇਰਰਿਸਪੈਕਟਿਵ ਕਿਸੇ ਨਾਲ ਨਹੀਂ ਕਰਨੀ। ਜਦੋਂ ਆਊਟਗੋਇੰਗ ਕਾਲ ਕਰਦੇ ਹੋ ਤਾਂ ਪਹਿਲਾਂ ਕਸਟਮਰ ਦੀ ਕੰਡੀਸ਼ਨ ਦੇਖੋ, ਉਸਨੂੰ ਕੰਫਰਟੇਬਲ ਫੀਲ ਕਰਾ ਕੇ ਹੀ ਆਪਣੇ ਪ੍ਰੋਡਕਟ ਦੀ ਸੇਲ ਕਰਨੀ ਹੈ। ਇੱਦਾਂ ਨਹੀਂ ਕਿ ਡਾਇਰੈਕਟਲੀ ਤੁਸੀਂ ਕਾਲ ਕਰਕੇ ਹਾਂਜੀ ਅਸੀਂ ਇਸ ਕੰਪਨੀ ਤੋਂ ਇਸ ਪ੍ਰੋਡਕਟ ਦੇ ਰਿਗਾਰਡਿੰਗ, ਨਹੀਂ, ਇੱਦਾਂ ਕਾਲਸ ਨਹੀਂ ਹੋਣੀ ਚਾਹੀਦੀਆਂ ਆਊਟਗੋਇੰਗ। ਜੋ CSR ਹੈ, ਕਸਟਮਰ ਸਰਵਿਸ ਰਿਪਰਜੈਂਟੇਟਿਵ ਹੈ, ਉਸਨੂੰ ਲਾਊਡ ਤੇ ਕਲੀਅਰ ਆਵਾਜ਼ ਦੇ ਵਿੱਚ ਬੋਲਣਾ ਪੈਂਦਾ ਹੈ। ਤੁਹਾਨੂੰ ਕੰਪਨੀ ਦੇ ਨੋਰਮਸ ਦੇ ਅਕੋਰਡਿੰਗ AHT ਐਵਰੇਜ ਹੈਂਡਲਿੰਗ ਟਾਈਮ ਦਿੱਤਾ ਜਾਂਦਾ ਹੈ, ਉਸ ਦੇ ਅਕੋਰਡਿੰਗ ਹੀ ਤੁਸੀਂ ਕਾਲਸ ਨੂੰ ਅਟੈਂਡ ਕਰਨਾ ਹੈ ਅਤੇ ਐਂਡ ਅਪ ਕਰਨਾ ਹੁੰਦਾ ਹੈ। ਤੁਹਾਡੀ ਜੋ ਇਨਫੋਰਮੇਸ਼ਨ ਹੈ ਉਹ ਕਿਸੇ ਈਜ਼ੀਲੀ ਅਸੈਸੀਬਲ ਫੋਲਡਰ ਜਾਂ ਫਾਈਲ ਦੇ ਵਿੱਚ ਸੇਵ ਹੋਣੀ ਚਾਹੀਦੀ ਹੈ, ਤਾਂ ਕਿ ਜ਼ਰੂਰਤ ਪੈਣ 'ਤੇ ਤੁਸੀਂ ਆਰਾਮ ਦੇ ਨਾਲ ਫਾਈਲ ਜਾਂ ਫੋਲਡਰ ਓਪਨ ਕਰਕੇ ਆਪਣੀ ਇਨਫੋਰਮੇਸ਼ਨ ਕਸਟਮਰਸ ਦੇ ਨਾਲ ਸ਼ੇਅਰ ਕਰ ਸਕੋ। ਤੁਹਾਨੂੰ ਹਮੇਸ਼ਾ ਕੁਐਸਚਨਸ ਦੇ ਲਈ ਵੀ ਪ੍ਰਿਪੇਅਰ ਰਹਿਣਾ ਪੈਂਦਾ ਹੈ। ਕਾਲ ਨੂੰ ਹੋਲਡ ਕਰਨ ਦੇ ਲਈ ਵੀ, ਜਾਂ ਮਿਊਟ ਕਰਨ ਦੇ ਲਈ, ਜਾਂ ਰਿਟਰਨ ਹੋਣ ਦੇ ਲਈ ਕਾਲ ਦੇ ਵਿੱਚ ਵੀ ਇੱਕ ਪ੍ਰੋਸੈਸ ਫੋਲੋ ਕਰਨਾ ਪੈਂਦਾ ਹੈ ਪ੍ਰੋਸੀਜਰ ਦੇ ਅਕੋਰਡਿੰਗ।
ਤੁਹਾਨੂੰ ਆਪਣੇ ਪ੍ਰੋਡਕਟ ਦੀ ਪੂਰੀ ਨੌਲੇਜ ਹੋਣੀ ਚਾਹੀਦੀ ਹੈ, ਤਾਂ ਹੀ ਤੁਸੀਂ ਸੇਲ ਕਰ ਸਕਦੇ ਹੋ। ਕਸਟਮਰਸ ਨੂੰ ਕਦੇ ਵੀ ਮਿਸਲੀਡ ਨਹੀਂ ਕਰਨਾ ਇੱਕ ਸੇਲ ਦੇ ਲਈ। ਜੋ ਪਾਲਿਸੀਜ਼ ਹੈ, ਜੋ ਰੂਲਸ ਹੈ, ਜੋ ਬੈਨੀਫਿਟਸ ਹੈ, ਉਹੀ ਦੱਸਣੇ ਹਨ। CSR ਨੂੰ ਕੌਨਫੀਡੈਂਟ, ਪ੍ਰੋਫੈਸ਼ਨਲ, ਕਲੀਅਰ ਐਂਡ ਕ੍ਰਿਸਪ ਹੋਣਾ ਚਾਹੀਦਾ ਹੈ। ਕੌਨਫੀਡੈਂਸ ਐਂਡ ਪ੍ਰੋਫੈਸ਼ਨਲ, ਕਲੀਅਰ ਐਂਡ ਕ੍ਰਿਸਪ। ਇਹ ਨਹੀਂ ਕਿ ਤੁਸੀਂ ਕਸਟਮਰ ਨੂੰ ਕਨਫਿਊਜ਼ਨ ਦੇ ਵਿੱਚ ਰੱਖ ਕੇ ਗੱਲ ਕਰ ਰਹੇ ਹੋ। ਨੈਕਸਟ ਹੈ ਸਟੈਂਡਰਡ ਆਰਗੇਨਾਈਜੇਸ਼ਨਲ ਪ੍ਰੋਸੀਜਰਸ। ਹਰੇਕ ਆਰਗੇਨਾਈਜੇਸ਼ਨ ਦੇ ਆਪਣੇ ਪ੍ਰੋਸੀਜਰਸ ਹੁੰਦੇ ਹਨ, ਆਪਣੀਆਂ ਪਾਲਿਸੀਜ਼ ਹੁੰਦੀਆਂ ਹਨ, ਆਪਣੀਆਂ ਗਾਈਡਲਾਈਨਸ ਬਣਾਈਆਂ ਹੁੰਦੀਆਂ ਹਨ। ਤੁਹਾਨੂੰ ਕਸਟਮਰ ਦੇ ਨਾਲ ਗੱਲ ਕਰਨ ਦੇ ਲਈ ਇੱਕ ਸਪੀਕਿੰਗ ਮੈਨਰ ਹੋਣਾ ਚਾਹੀਦਾ ਹੈ, ਇੰਟਰੋਡਕਸ਼ਨ ਦੇਣੀ, ਗ੍ਰੀਟਿੰਗ ਕਰਨੀ, ਇਹ ਸਭ ਕੁਝ ਧਿਆਨ ਦੇ ਵਿੱਚ ਰੱਖ ਕੇ ਕਰਨਾ ਪੈਂਦਾ ਹੈ। ਆਰਗੇਨਾਈਜੇਸ਼ਨ ਦੇ ਪ੍ਰੋਸੀਜਰਸ ਹਨ। ਡੈਵਲਪ ਅ ਪ੍ਰੋਫੈਸ਼ਨਲ ਗ੍ਰੀਟਿੰਗ। ਇਸ ਦਾ ਮਤਲਬ ਹੈ ਕਿ ਜਦੋਂ ਆਪਾਂ ਕਾਲ ਕਰਦੇ ਹਾਂ, ਸਪੋਜ਼ ਆਪਾਂ ਕਿਸੇ ਮਿਸਟਰ ਸ਼ਰਮਾ ਨੂੰ ਕਾਲ ਕਰ ਰਹੇ ਹਾਂ, ਹੈਲੋ ਤੋਂ ਬਾਅਦ ਸਿੱਧੀ ਆਪਣੀ ਗੱਲ ਸ਼ੁਰੂ ਨਹੀਂ ਕਰਨੀ, ਹੈਲੋ ਮਿਸਟਰ ਸ਼ਰਮਾ, ਉਹਨਾਂ ਦੀ ਗ੍ਰੀਟਿੰਗ ਦੇ ਨਾਲ, ਪ੍ਰੋਫੈਸ਼ਨਲ ਵੇ ਦੇ ਨਾਲ ਫਿਰ ਆਪਾਂ ਅੱਗੇ ਗੱਲ ਸ਼ੁਰੂ ਕਰਨੀ ਹੈ। ਇੰਟਰੋਡਿਊਸ ਯੂਅਰਸੈਲਫ ਐਂਡ ਯੂਅਰ ਕੰਪਨੀ। ਆਪਣੇ ਆਪ ਅਤੇ ਆਪਣੀ ਕੰਪਨੀ ਦੇ ਬਾਰੇ ਵਿੱਚ ਦੱਸ ਕੇ ਫਿਰ ਪ੍ਰੋਡਕਟ ਦੇ ਬਾਰੇ 'ਚ ਗੱਲ ਕਰਨੀ ਹੈ। ਸਪੋਜ਼ ਆਈ ਐਮ ਮਿਸਿਸ ਰਾਏ ਐਂਡ ਆਈ ਐਮ ਕਾਲਿੰਗ ਫਰੋਮ ABC ਕੰਪਨੀ। ਦੈਨ ਆਪਣੀ ਗੱਲ ਸ਼ੁਰੂ ਕਰਨੀ ਹੈ। ਐਕਸਪ੍ਰੈਸ ਗ੍ਰੈਟੀਟਿਊਡ। ਇਸ ਦਾ ਮਤਲਬ ਹੈ ਕਸਟਮਰ ਨੂੰ ਪਹਿਲਾਂ ਥੈਂਕ ਯੂ ਕਰੋ ਕਿ ਤੁਸੀਂ ਆਪਣੇ ਇਸ ਕੀਮਤੀ ਸਮੇਂ ਦੇ ਵਿੱਚੋਂ ਸਾਨੂੰ ਸਮਾਂ ਦਿੱਤਾ ਹੈ ਗੱਲ ਕਰਨ ਦੇ ਲਈ, ਅਤੇ ਉਹਨਾਂ ਨੂੰ ਸ਼ੋਰ ਕਰਵਾਓ ਕਿ ਅਸੀਂ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਅੱਗੇ ਗੱਲ ਕਰਦੇ ਹਾਂ। ਸਟੇਟ ਦਾ ਪਰਪਸ ਆਫ ਯੂਅਰ ਕਾਲ। ਆਪਣੀ ਕਾਲ ਦਾ ਪਰਪਸ ਰੱਖੋ। ਸਕੈਡਿਊਲ ਅ ਮੀਟਿੰਗ। ਪਰਪਸ ਰੱਖ ਕੇ ਕਸਟਮਰ ਦੇ ਨਾਲ ਗੱਲ ਕਰਕੇ ਇੱਕ ਮੀਟਿੰਗ ਸਕੈਡਿਊਲ ਕਰੋ ਕਿ ਹਾਂਜੀ ਤੁਸੀਂ ਸਾਡਾ ਆਫਿਸ ਵਿਜ਼ਿਟ ਕਰ ਸਕਦੇ ਹੋ, ਅਤੇ ਉਹਨਾਂ ਦੇ ਲਈ ਕੰਫਰਟੇਬਲ ਟਾਈਮਿੰਗ ਸੈੱਟ ਕਰੋ। ਇਫ ਯੂ ਆਰ ਕੰਫਰਟੇਬਲ ਇਨ ਈਵਨਿੰਗ ਤਾਂ ਈਵਨਿੰਗ ਟਾਈਮ ਦਿਓ, ਅਦਰਵਾਈਜ਼ ਉਹਨਾਂ ਨੂੰ ਨੈਕਸਟ ਡੇ ਮਾਰਨਿੰਗ ਦਾ ਟਾਈਮ ਦੇ ਸਕਦੇ ਹੋ। ਸੇ ਥੈਂਕਸ। ਗੱਲ ਕਰਨ ਤੋਂ ਬਾਅਦ ਉਹਨਾਂ ਨੂੰ ਥੈਂਕ ਯੂ ਕਰੋ ਇੱਕ ਪ੍ਰੋਫੈਸ਼ਨਲ ਵੇ ਦੇ ਨਾਲ। ਥੈਂਕ ਯੂ ਸਰ ਫॉर ਗਿਵਿੰਗ ਯੂਅਰ ਟਾਈਮ ਐਂਡ ਸ਼ੋਇੰਗ ਯੂਅਰ ਇੰਟਰਸਟ। ਤੁਹਾਡਾ ਬਹੁਤ ਬਹੁਤ ਧੰਨਵਾਦ ਟਾਈਮ ਦੇਣ ਲਈ ਅਤੇ ਤੁਹਾਡਾ ਇੰਟਰਸਟ ਦਿਖਾਉਣ ਦੇ ਲਈ। ਫੋਲੋ ਕਾਲ ਤੋਂ ਬਾਅਦ ਥੋੜ੍ਹੇ ਟਾਈਮ ਤੋਂ ਬਾਅਦ ਉਹਨਾਂ ਦਾ ਫੋਲੋ ਅਪ ਲਓ ਜਾਂ ਉਹਨਾਂ ਨੂੰ ਈਮੇਲ ਭੇਜੋ ਇੱਕ ਕਿ ਹਾਂਜੀ ਤੁਸੀਂ ਇੰਟਰਸਟਿਡ ਹੋ ਸਾਡੇ ਪ੍ਰੋਡਕਟ ਦੇ ਲਈ ਐਂਡ ਆਲ। ਥੈਂਕ ਯੂ।